ਜਿਹੜੇ ईवीएम ਦੀ ਠੱਗੀ ਠੋਰੀ ਨਾਲ ਚੁਣੀਆਂ ਹੋਈਆਂ ਸਰਕਾਰਾਂ ਇਹਨਾਂ ਨੂੰ ਸ਼ਰਮ ਨਹੀਂ ਆਉਂਦੀ ਕਿ ਪੰਜਾਬ ਹਰਿਆਣਾ ਉੱਤਰ ਪ੍ਰਦੇਸ਼ ਰਾਜਸਥਾਨ ਮੱਧ ਪ੍ਰਦੇਸ਼ ਮਹਾਰਾਸ਼ਟਰ ਕਿਹੜੀ ਸਟੇਟ ਦਾ ਮੈਂ ਨਾਮ ਲਵਾਂ ਜਿਹੜੇ ਲੋਕ ਰਾਤ ਨੂੰ ਇੱਥੇ ਠੰਡ 'ਚ ਸਾਡੀਆਂ ਬੀਬੀਆਂ ਭੈਣਾਂ ਬੱਚੇ ਬਜ਼ੁਰਗ ਰਾਤ ਨੂੰ ਠੰਡ 'ਚ ਇੱਥੇ ਸੌਂਦੇ ਨੇ। ਗੱਲ ਇਹ ਆ ਬਈ ਇਹ ਸਾਡਾ ਕੱਲਿਆਂ ਦਾ ਨਹੀਂ, ਕਿਸਾਨਾਂ ਦਾ ਕੱਲਿਆਂ ਦਾ ਨਹੀਂ, ਇਹ ਸਾਰੇ ਸਮਾਜ ਦਾ ਕੰਮ ਹੈ। ਜਿਹੜੇ ਇੱਥੇ ਲੋਕ ਤੁਰੇ ਫਿਰਦੇ ਆ ਕਿਤੇ ਪਾਗਲ ਆ ਯਾਰ, ਇਹ ਇੰਨੀਆਂ ਠੰਡੀਆਂ ਰਾਤਾਂ ਜਿਹੜੇ ਇੱਥੇ ਸੜਕਾਂ ਤੇ ਰਾਤ ਨੂੰ ਬੈਠਦੇ ਨੇ ਇਹ ਸਾਰੇ ਪਾਗਲ ਆ, ਇਕੱਲਾ ਮੋਦੀ ਸਹੀ ਹੋ ਗਏ। ਜਿਹਨੇ ਨਾ ਤਾਂ ਧੀ ਵਿਆਹਣੀ ਤੇ ਨਾ ਨਹੁੰ ਲਿਆਣੀ, ਨਾ ਸਾਲਾ ਅੱਗਾ ਨਾ ਬੱਚਾ ਨਾ ਢੱਗਾ ਨਾ ਕੱਟਾ, ਇਹਨੂੰ ਕਿਆ ਪਤਾ ਇਸ ਚੀਜ਼ ਨੂੰ, ਇਹਨੂੰ ਕੀ ਪਤਾ ਦੁਨਿਆਵੀਆਂ ਗੱਲਾਂ ਦੀਆਂ, ਕਿਆ ਪਤਾ ਇਹਨੂੰ ਪਰਿਵਾਰ ਦਾ ਬੱਚਿਆਂ ਦਾ ਦੁੱਖ ਕੀ ਹੁੰਦਾ, ਇਹਨੂੰ ਕੀ ਪਤਾ ਇਸ ਗੱਲ ਦੀ। हमारा राज तुम्हारा नहीं चलेगा, नहीं चलेगा। वोट हमारा राज तुम्हारा नहीं चलेगा, नहीं चलेगा। किसान मजदूर एकता जिंदाबाद जिंदाबाद। काले कानून वापस लो, वापस लो, वापस लो, काले कानून वापस लो, वापस लो, वापस लो। मोदी सरकार मुर्दाबाद, मुर्दाबाद, मुर्दाबाद। मोदी सरकार मुर्दाबाद, 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 मोदी सरकार मुर्दाबाद, 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 काले कानून वापस लो, वापस लो, वापस लो, काले कानून वापस लो, वापस लो, वापस लो। ਹਾਂਜੀ ਸਰ, ਜਿੱਦਾਂ ਲਗਾਤਾਰ 2.5 ਮਹੀਨੇ ਪੰਜਾਬ ਦੇ ਵਿੱਚ ਸ਼ਾਂਤੀਮਈ ਜਿਹੜਾ ਇਹ ਧਰਨਾ ਚੱਲਿਆ ਤੇ ਲਗਭਗ ਅੱਜ 18ਵਾਂ ਦਿਨ ਜਿਹੜਾ ਦਿੱਲੀ ਦੇ ਵਿੱਚ, ਤੁਸੀਂ ਇਹਨੂੰ ਕਿਸ ਨਜ਼ਰੀਏ ਨਾਲ ਦੇਖਦੇ ਹੋ? ਨਜ਼ਰੀਆ ਕਾਹਦਾ ਵੀ ਗੱਲ ਇਹ ਆ ਵੀ ਜਿਹੜੀ ਇਹ ਕੇਂਦਰ ਦੀ ਸਰਕਾਰ ਆ ਇਹ ਗੋਲੀ ਤੇ ਬੋਲੀ ਤੇ ਗੂੰਗੀ ਸਰਕਾਰ ਨੂੰ ਜਗਾਉਣ ਦੇ ਲਈ ਇਹ ਜਿਹੜਾ ਧਰਨਾ ਪ੍ਰਦਰਸ਼ਨ ਪਿਛਲੇ 2.5 ਮਹੀਨੇ ਤੋਂ ਖਾਲੀ ਪੰਜਾਬ 'ਚ ਚੱਲ ਰਿਹਾ ਸੀ, ਹੁਣ ਇਹ ਰਾਸ਼ਟਰੀ ਨਹੀਂ ਅੰਤਰਰਾਸ਼ਟਰੀ ਪੱਧਰ ਤੇ ਇਹ ਜਿਹੜੀ ਮੂਵਮੈਂਟ ਖਿਲਰ ਗਈ ਆ ਇਹਨਾਂ ਦੀ ਨਲਾਇਕੀ ਕਰਕੇ। ਇਹਨਾਂ ਨੂੰ ਸ਼ਰਮ ਨਹੀਂ ਆਉਂਦੀ, ਇਹ ਜਿਹੜੇ ਰਾਤ ਨੂੰ ਸਾਡੇ ਚੁਣੇ ਹੋਏ ਜਿਹੜੇ ईवीएम ਦੀ ਠੱਗੀ ਠੋਰੀ ਨਾਲ ਚੁਣੀਆਂ ਹੋਈਆਂ ਸਰਕਾਰਾਂ ਇਹਨਾਂ ਨੂੰ ਸ਼ਰਮ ਨਹੀਂ ਆਉਂਦੀ ਵੀ ਪੰਜਾਬ ਹਰਿਆਣਾ ਉੱਤਰ ਪ੍ਰਦੇਸ਼ ਰਾਜਸਥਾਨ ਮੱਧ ਪ੍ਰਦੇਸ਼ ਮਹਾਰਾਸ਼ਟਰ ਕਿਹੜੀ ਸਟੇਟ ਦਾ ਮੈਂ ਨਾਮ ਲਵਾਂ ਜਿਹੜੇ ਲੋਕ ਰਾਤ ਨੂੰ ਇੱਥੇ ਠੰਡ 'ਚ ਸਾਡੀਆਂ ਬੀਬੀਆਂ ਭੈਣਾਂ ਬੱਚੇ ਬਜ਼ੁਰਗ ਰਾਤ ਨੂੰ ਠੰਡ 'ਚ ਇੱਥੇ ਸੌਂਦੇ ਨੇ ਵੀ ਆ ਜਿਹੜੇ ਤੂੰ 3 ਕਾਲੇ ਕਾਨੂੰਨ ਲੈ ਕੇ ਆਇਆ ਕਿਉਂ ਨਹੀਂ ਵਾਪਸ ਕਰ ਰਿਹਾ ਤੂੰ। ਤੁਸੀਂ ਅੱਜ ਇੱਥੇ ਪਹੁੰਚੇ ਹੋ ਆਪਣੇ ਸੰਗਠਨ ਵੱਲੋਂ, ਤੁਹਾਡਾ ਸੰਗਠਨ ਕਿਸ ਤਰੀਕੇ ਨਾਲ ਇਹਨਾਂ ਦੀ ਹੈਲਪ ਕਰ ਰਿਹਾ? ਦੇਖੋ ਗੱਲ ਇਹ ਆ ਬਈ ਇਹ ਸਾਡਾ ਕੱਲਿਆਂ ਦਾ ਨਹੀਂ, ਕਿਸਾਨਾਂ ਦਾ ਕੱਲਿਆਂ ਦਾ ਨਹੀਂ, ਇਹ ਸਾਰੇ ਸਮਾਜ ਦਾ ਕੰਮ ਹੈ। ਇਹਦੇ 'ਚ ਸਾਡੀ ਭੀਮ ਆਰਮੀ ਜਿਹੜੇ ਸਾਡੇ ਕੌਮੀ ਪ੍ਰਧਾਨ ਐਡਵੋਕੇਟ ਚੰਦਰ ਸ਼ੇਖਰ ਆਜ਼ਾਦ ਉਹ ਵੀ 3 ਵਾਰੀ ਜਿਹੜੇ ਆ ਇੱਥੇ ਆ ਕੇ ਗਏ ਨੇ, ਮੁੱਖ ਸਟੇਜਾਂ ਤੋਂ ਇੱਥੇ ਸੰਬੋਧਨ ਕਰਕੇ ਗਏ ਆ। ਸਾਡੀ ਵੀ ਡਿਊਟੀ ਲੱਗੀ ਆ ਹਰਿਆਣੇ ਦੀ ਤੇ ਪੰਜਾਬ ਦੀ ਭੀਮ ਆਰਮੀ ਦੀ ਔਰ ਆਜ਼ਾਦ ਸਮਾਜ ਪਾਰਟੀ ਦੀ ਟੀਮ ਜਿਹੜੀ ਆ ਸਮੁੱਚੇ ਸਾਥੀਆਂ ਦੇ ਨਾਲ ਅਸੀਂ ਇੱਥੇ ਆਪਣੇ ਪਹੁੰਚੇ ਆ, ਕਿਉਂਕਿ ਇਹ ਜਿਹੜਾ ਇੱਕ ਮਹਾਕੁੰਭ ਮੈਂ ਕਹੂੰਗਾ ਇਹਨੂੰ, ਜਿਹੜੇ ਲੋਕ ਅੱਜ ਇਹਨਾਂ ਦੀ ਨਲਾਇਕੀ ਦੇ ਕਾਰਨ ਸੜਕਾਂ ਤੇ ਆਏ ਹੋਏ ਆ, ਕੱਲ ਨੂੰ ਕੋਈ ਹਬੀ ਨਬੀ ਹੋ ਗਈ ਕਿਉਂਕਿ ਪੰਜਾਬ ਕਾਲੇ ਦੌਰ ਚੋਂ ਨਿਕਲਿਆ ਹੋਇਆ। ਜੇ ਇਹਨਾਂ ਨੇ ਇਹ ਆਪਣੀ ਠੱਗੀ ਠੋਰੀ ਬੰਦ ਨਾ ਕੀਤੀ ਤਾਂ ਸਾਡੇ ਜਿਹੜੇ ਪੰਜਾਬੀ ਸਿਰੜੀ ਲੋਕ ਆ ਕਿਤੇ ਉਹ ਕਾਲਾ ਕਾਨੂੰਨ ਜਿਹੜਾ ਕਾਲਾ ਦੌਰ ਸੀ ਪੰਜਾਬ ਦਾ ਇਹਨਾਂ ਨੂੰ ਕਿਤੇ ਦੁਬਾਰਾ ਨਾ ਝੱਲਣਾ ਪੈ ਜਾਵੇ। ਮੈਂ ਚੇਤਾਵਨੀ ਦੇਣੀ ਚਾਹੁੰਦਾ ਮੋਦੀ ਸਰਕਾਰ ਨੂੰ, ਬੰਦੇ ਦੇ ਪੁੱਤ ਬਣ ਕੇ ਤੈਨੂੰ ਹੀ ਕਾਲੇ ਕਾਨੂੰਨ ਵਾਪਸ ਕਰੋ ਔਰ ਕਿਸਾਨ ਖੁਸ਼ੀ ਆਪਣੇ ਘਰ ਜਾਣ, ਕਿਉਂਕਿ ਅੱਜ ਬੱਚਾ ਜਿਹੜਾ ਸੜਕਾਂ ਤੇ ਆ। ਸਰ, ਜਿੱਦਾਂ CA NRC ਧਾਰਾ 370 ਦਾ ਮਾਮਲਾ ਆਉਂਦਾ, ਲਗਾਤਾਰ ਇਦਾਂ ਦੇ ਜਿਹੜੇ ਮਾਮਲੇ ਉਹ ਸਾਹਮਣੇ ਆਉਂਦੇ ਪਏ ਆ, ਇਹਨਾਂ ਨੂੰ ਦੇਖਦੇ ਹੋਏ ਜਿਹੜਾ ਦੇਸ਼ ਦਾ ਰੁਖ ਉਹ ਤੁਹਾਡੀ ਨਜ਼ਰ ਦੇ ਵਿੱਚ ਕਿੱਦਾਂ ਦਾ ਲੱਗ ਰਿਹਾ? ਉਹ ਭਾਈ ਗੱਲ ਇਹ ਆ ਵੀ ਇਹਨਾਂ ਨੂੰ ਦੇਸ਼ ਦੇ ਨਾਗਰਿਕਾਂ ਤੋਂ ਕੋਈ ਲੈਣਾ ਦੇਣਾ ਨਹੀਂ ਆ। ਇਹਨਾਂ ਨੂੰ ਪਤਾ ਵੀ ਸਾਨੂੰ ਆ ਜਿਹੜੇ ਲੋਕ ਤੁਰੇ ਫਿਰਦੇ ਆ ਇਹਨਾਂ ਤੋਂ ਵੋਟਾਂ ਨਹੀਂ ਲੈਣੀਆਂ, ਅਸੀਂ ਇਹਨਾਂ ਨੇ ਵੋਟਾਂ ਲੈਣੀਆਂ ईवीएम ਮਸ਼ੀਨ ਤੋਂ। ਅਸੀਂ ਇੱਥੇ ਤੁਹਾਡੇ ਚੈਨਲ ਦੇ ਮਾਧਿਅਮ ਤੋਂ ਇਹ ਮੈਂ ਕੇਂਦਰ ਸਰਕਾਰ ਨੂੰ, ਇਲੈਕਸ਼ਨ ਕਮਿਸ਼ਨ ਆਫ ਇੰਡੀਆ ਨੂੰ ਇਹ ਮੈਂ ਚੇਤਾਵਨੀ ਦੇਣੀ ਚਾਹੁੰਦਾ ਵੀ ਬੈਲਟ ਪੇਪਰ ਦੇ ਨਾਲ ਵੋਟ ਕਰਾਓ। ਜੇ ਐਡੀ ਇਹਦੀ ਮਕਬੂਲੀਅਤ ਆ ਪ੍ਰਧਾਨ ਮੰਤਰੀ ਦੀ, ਇੱਦਾਂ ਹੀ ਆਪਣੇ ਆਪ ਨੂੰ ਇਹ ਸ਼ੌਖਾ ਬਣਦਾ ਤਾਂ ਫਿਰ ਬੈਲਟ ਪੇਪਰ ਨਾਲ ਵੋਟ ਕਰਾ ਕੇ ਦੇਖ ਲੈ, ਇਹਨੂੰ ਆਪੀ ਪਤਾ ਲੱਗ ਜੂ ਕਿੰਨੇ ਕੁ ਪਾਣੀ 'ਚ। ਜਦੋਂ ਵੀ ਕੋਈ ਪ੍ਰੋਟੈਸਟ ਹੁੰਦਾ ਆ ਜਾਂ ਜਦੋਂ ਵੀ ਕੋਈ ਇਦਾਂ ਦੀ ਗੱਲ ਹੁੰਦੀ ਤਾਂ ਹਰ ਇੱਕ ਪਾਰਟੀ ਦਾਅਵਾ ਕਰਦੀ ਕਿ ਜੀ ईवीएम ਦੀ ਵਜ੍ਹਾ ਨਾਲ ਹੋਇਆ, ਸਰਕਾਰ ईवीएम ਦੀ ਵਜ੍ਹਾ ਨਾਲ ਬਣੀ।
ਪਰ ਜਿਹੜਾ ਇਹ ਪ੍ਰੋਟੈਸਟ ਹੈ ਇਹਦੇ ਬੜਾ ਵੱਡਾ ਰੂਪ ਲਿਆ, ਪਰ ਈਵੀਐਮ ਦੇ ਮਾਮਲੇ ਦੇ ਵਿੱਚ ਕੋਈ ਇਦਾਂ ਦਾ ਵਿਰੋਧ ਕਿਉਂ ਨਹੀਂ ਕੀਤਾ ਜਾਂਦਾ? ਦੇਖੋ ਗੱਲ ਇਹ ਆ ਵੀ ਇਹ ਜਿਹੜੇ ਸਾਡੀਆਂ ਪੰਜਾਬ ਦੀਆਂ ਨਹੀਂ ਦੇਸ਼ ਭਰ ਦੀਆਂ ਤਕਰੀਬਨ 40 ਜਥੇਬੰਦੀਆਂ 40 ਉਹ ਕਿਸਾਨ ਜਥੇਬੰਦੀਆਂ ਜਿਹੜੇ ਆਪਣੇ ਹੱਕ ਹਕੂਕ ਦੇ ਲਈ ਆਪਣੀਆਂ ਸਟੇਟਾਂ ਤੋਂ ਚੱਲ ਕੇ ਦਿੱਲੀ ਜਿਨ੍ਹਾਂ ਨੇ ਡੇਰੇ ਲਾਏ ਹੋਏ ਆ, ਅਸੀਂ ਉਹਨਾਂ ਦੇ ਲੀਡਰਸ਼ਿਪ ਆ ਜਿਹੜੇ ਬਹੁਤ ਸਾਡੇ ਤੋਂ ਸੀਨੀਅਰ ਨੇ, ਬਹੁਤ ਸਿਆਣੇ ਨੇ, ਸੂਝਵਾਨ ਆ, ਅਸੀਂ ਉਹਨਾਂ ਨੂੰ ਇਹ ਸੁਝਾਅ ਦਿੱਤੇ ਸੀ ਵੀ ਜਦੋਂ ਐਡਾ ਵੱਡਾ ਸਾਡਾ ਇੱਕ ਖਲਕਤ ਐਡੀ ਦੁਨੀਆ ਐਡੇ ਲੋਕ ਇੱਥੇ ਇਕੱਠੇ ਹੋਏ ਨੇ ਤੇ ਆਪਣੀਆਂ ਮੰਗਾਂ ਦੇ ਵਿੱਚ ਇੱਕ ਮੰਗ ਤੁਸੀਂ ਈਵੀਐਮ ਦੀ ਵੀ ਚੁਣੋ। ਜੇ ਤੁਸੀਂ ਈਵੀਐਮ ਪਰੇ ਕਰਤੀ ਤਾਂ ਸਾਨੂੰ ਸੜਕਾਂ ਤੇ ਆਉਣ ਦੀ ਲੋੜ ਨਹੀਂ ਪਊਗੀ। ਇਹ ਮੈਂ ਬਿਲਕੁਲ ਸਪਸ਼ਟ ਤੌਰ ਤੇ ਕਹਿਣਾ ਚਾਹੁੰਦਾ। ਚਾਹੇ ਹਲੇ ਇਲੈਕਸ਼ਨ ਨਹੀਂ ਆ, ਨਾ ਸਾਡੀ ਪਾਰਟੀ ਕੋਈ ਇਲੈਕਸ਼ਨ ਲੜੀ ਆ ਹਜੇ। ਜੇ ਪੰਜਾਬ ਦੀ ਗੱਲ ਕਰਾਂ, ਹਰਿਆਣੇ ਦੀ ਗੱਲ ਕਰਾਂ, ਇਸ ਕਰਕੇ ਅਸੀਂ ਪਹਿਲਾਂ ਹੀ ਵਿਰੋਧ ਕਰ ਰਹੇ ਹਾਂ ਇਸ ਗੱਲ ਦਾ ਵੀ ਜਿਹੜੇ ਅੱਗੇ ਆਉਣ ਵਾਲੀਆਂ ਸਟੇਟਾਂ 'ਚ ਇਲੈਕਸ਼ਨ ਆ, ਚਾਹੇ ਉਹ ਬੰਗਾਲ ਦੀ ਗੱਲ ਹੋਵੇ, ਚਾਹੇ ਅਸਾਮ ਦੀ ਗੱਲ ਹੋਵੇ ਜਾਂ 2022 ਦੇ ਵਿੱਚ ਉੱਤਰ ਪ੍ਰਦੇਸ਼, ਪੰਜਾਬ ਅਤੇ ਹੋਰ ਸਟੇਟਾਂ ਜਿਹੜੇ ਇਲੈਕਸ਼ਨ ਹੋਣੇ ਆ, ਇਹ ਬੈਲਟ ਪੇਪਰ ਨਾਲ ਇਲੈਕਸ਼ਨ ਕਰਵਾਏ ਜਾਣ। ਇਹਨਾਂ ਨੇ ਦੇਖੋ 1982 ਦੇ ਵਿੱਚ ਕਾਂਗਰਸ ਲੈ ਕੇ ਆਈ ਈਵੀਐਮ ਨੂੰ, ਔਰ ਇਹਨਾਂ ਨੇ ਆਪਸ 'ਚ ਸੈਟਲਮੈਂਟ ਕਰਕੇ ਵੀ ਇਹ ਜਿਹੜੇ ਦਬੇ ਕੁਚਲੇ ਲੋਕ ਆ ਇਹਨਾਂ ਨੂੰ ਹੋਰ ਦਬਾਇਆ ਜਾਵੇ। ਜੇ ਇਹ ਦੇਖੋ ਗੱਲ ਇਹ ਆ ਵੀ ਡਾਕਟਰ ਅੰਬੇਦਕਰ ਸਾਹਿਬ ਦੇ ਸੰਵਿਧਾਨ ਦੇ ਨਾਲ ਅੱਜ ਮੁਲਕ ਚੱਲ ਰਿਹਾ, ਮੁਲਕ 'ਚ ਇੱਕ ਆਈਨ ਆ। ਜੇ ਬਾਬਾ ਸਾਹਿਬ ਅੰਬੇਦਕਰ ਦੇ ਸੰਵਿਧਾਨ ਨਾਲ ਇਹ ਛੇੜਛਾਨੀ ਕਰਨ ਤੋਂ ਨਹੀਂ ਹਟਣਗੇ ਤਾਂ ਸਾਡੇ ਫਿਰ ਜਿਹੜਾ ਸਮਾਜ ਆ ਨਾ, ਇਹਨਾਂ ਨੂੰ ਬੰਦੇ ਦੇ ਪੁੱਤ ਵੀ ਬਣਾਉਣਾ ਜਾਣਦਾ। ਕਿਸਾਨ ਧਰਨਾ ਚੱਲ ਰਿਹਾ, ਕਿਸਾਨੀ ਜਿਹੜੇ ਬਿੱਲ ਆ ਜੇ ਇਹਨਾਂ ਦੇ ਵਿੱਚ ਸਰਕਾਰ ਨਹੀਂ ਕੋਈ ਸੁਧਾਰ ਕਰਦੀ ਜਾਂ ਇਹਨਾਂ ਦੀਆਂ ਮੰਗਾਂ ਨਹੀਂ ਮੰਨਦੀ ਤਾਂ ਤੁਸੀਂ ਕੀ ਕਰੋਗੇ? ਅਸੀਂ ਕੀ ਕਰਨਾ ਭਾਈ, ਕਰਨਾ ਤਾਂ ਦੁਨੀਆ ਨੇ ਆ। ਇਹ ਜਿਹੜੇ ਐਡੇ ਲੋਕ ਤੁਰੇ ਫਿਰਦੇ ਆ, ਕਿਤੇ ਪਾਗਲ ਆ ਯਾਰ ਇਹ? ਇੰਨੀਆਂ ਠੰਡੀਆਂ ਰਾਤਾਂ ਜਿਹੜੇ ਇੱਥੇ ਸੜਕਾਂ ਤੇ ਰਾਤ ਨੂੰ ਬੈਠਦੇ ਨੇ, ਇਹ ਸਾਰੇ ਪਾਗਲ ਆ? ਇਕੱਲਾ ਮੋਦੀ ਸਹੀ ਹੋ ਗਿਆ ਜਿਹਨੇ ਨਾ ਤਾਂ ਧੀ ਵਿਆਹਣੀ ਤੇ ਨਾ ਨਹੁੰ ਲਿਆਣੀ, ਨਾ ਸਾਲਾ ਅੱਗਾ ਨਾ ਬੱਚਾ ਨਾ ਢੱਗਾ ਨਾ ਕੱਟਾ ਇਹਦਾ? ਇਹਨੂੰ ਕਿਆ ਪਤਾ ਇਸ ਚੀਜ਼ ਨੂੰ? ਇਹਨੂੰ ਕੀ ਪਤਾ ਦੁਨਿਆਵੀਆਂ ਗੱਲਾਂ ਦੀਆਂ? ਕਿਆ ਪਤਾ ਇਹਨੂੰ ਪਰਿਵਾਰ ਦਾ, ਬੱਚਿਆਂ ਦਾ ਦੁੱਖ ਕੀ ਹੁੰਦਾ? ਇਹਨੂੰ ਕੀ ਪਤਾ ਇਸ ਗੱਲ ਦਾ? ਇਸ ਕਰਕੇ ਮੈਂ ਦੁਬਾਰਾ ਫੇਰ ਜਿਹੜੀ ਆ ਮੋਦੀ ਸਰਕਾਰ ਨੂੰ ਆਪਣੀ ਭੀਮ ਆਰਮੀ ਵੱਲੋਂ, ਆਜ਼ਾਦ ਸਮਾਜ ਪਾਰਟੀ ਵੱਲੋਂ ਅਸੀਂ ਇਹ ਚੇਤਾਵਨੀ ਦੇ ਰਹੇ ਹਾਂ ਵੀ ਆ ਜਿਹੜੇ ਤੁਸੀਂ ਪੁੱਠੀਆਂ ਸਿੱਧੀਆਂ ਹਰਕਤਾਂ ਕਰ ਰਹੇ ਹੋ ਨਾ, ਲੋਕਾਂ ਨੂੰ ਚੁੰਡੀਆਂ ਵੱਢ ਕੇ ਦੇਖਦੇ ਹੋ, ਇਹਨੂੰ ਬੰਦ ਕਰ ਦਿਓ ਕਿਤੇ ਅਤੇ ਸਤੇ ਲੋਕ ਤੁਹਾਨੂੰ ਕਿਤੇ ਫਿਰ ਦੂਜਾ ਰਾਹ ਨਾ ਦਿਖਾ ਦੇਣ। ਇਸ ਕਰਕੇ ਮੈਂ ਸਾਰੇ ਦੇਸ਼ ਵਾਸੀਆਂ ਨੂੰ ਅਪੀਲ ਕਰਦਾ ਆਪਣੇ ਵੱਲੋਂ ਵੀ ਅਮਨੋ ਅਮਾਨ ਦੇ ਨਾਲ ਸੰਵਿਧਾਨ ਦੇ ਦਾਇਰੇ 'ਚ ਰਹਿ ਕੇ ਤੁਸੀਂ ਆਪਣੇ ਹੱਕ ਰੱਖਣ ਦੇ ਹੱਕਦਾਰ ਹੋ, ਔਰ ਇਹ ਤੁਹਾਨੂੰ ਖਰਾਬ ਕਰਨਗੇ, ਤੁਹਾਡੇ 'ਚ ਘੁਸਪੈਠ ਕਰਾਉਣਗੇ, ਤੁਹਾਡੇ 'ਚ ਇੱਦਾਂ ਦੇ ਗਲਤ ਅਨਸਰ ਵਾੜਨਗੇ ਜਿਹਦੇ ਨਾਲ ਤੁਹਾਡਾ ਅੰਦੋਲਨ ਖਰਾਬ ਹੋਵੇ। ਮੈਂ ਕਿਸਾਨ ਭਰਾਵਾਂ ਨੂੰ ਵੀ ਇਹ ਬੇਨਤੀ ਕਰਨੀ ਚਾਹੁੰਦਾ ਵੀ ਤੁਸੀਂ ਇਸ ਗੱਲ ਦੇ ਲਈ ਬਿਲਕੁਲ ਸਤਰਕ ਹੋ ਜਾਓ, ਬਿਲਕੁਲ ਵੀ ਕਿਸੇ ਦੇ ਝਾਂਸੇ 'ਚ ਨਾ ਆਇਓ। ਔਰ ਜਦੋਂ ਹੁਣ ਤੁਹਾਡੀ ਦੁਆਰਾ ਗੱਲ ਹੋਵੇ ਤਾਂ ਤੁਸੀਂ ਜਾ ਕੇ ਈਵੀਐਮ ਦੇ ਵਿੱਚ ਮੁੱਦਾ ਵੀ ਚੱਕੋ। ਜਦ ਇਹਨਾਂ ਨੂੰ ਈਵੀਐਮ ਆਪਾਂ ਪਰੇ ਕਰ ਦਾਂਗੇ ਤਾਂ ਆਪਣੇ ਆਪ ਡੈਮੋਕ੍ਰੇਸੀ ਦੁਆਰਾ ਦੇਸ਼ ਦੇ ਵਿੱਚ ਬਹਾਲ ਹੋਊਗੀ। ਬਹੁਤ ਬਹੁਤ ਧੰਨਵਾਦ। ਜੈ ਭੀਮ, ਜੈ ਭਾਰਤ। ਹਾਂਜੀ ਸਰ, ਤੁਸੀਂ ਕਿ ਆਜ਼ਾਦ ਸਮਾਜ ਪਾਰਟੀ ਦੇ ਸੀਨੀਅਰ ਮੀਤ ਪ੍ਰਧਾਨ ਹੋਣ ਦੇ ਨਾਤੇ ਇੱਥੇ ਅੱਜ ਪਹੁੰਚੇ ਵੀ ਹੋ। ਪ੍ਰੋਟੈਸਟ ਆ ਜਿਹੜਾ ਲੰਬਾ ਸਮਾਂ ਲੈ ਰਿਹਾ ਆ, ਸੁਚੱਜੇ ਢੰਗ ਦੇ ਨਾਲ ਚੱਲ ਰਿਹਾ, ਕਿਸੇ ਨੂੰ ਕੋਈ ਤਕਲੀਫ ਨਹੀਂ ਆ ਰਹੀ, ਲੋਕ ਸ਼ਾਂਤੀਮਈ ਢੰਗ ਨਾਲ ਆਪਣੀਆਂ ਮੰਗਾਂ ਨੂੰ ਮਨਵਾਉਣ ਲਈ ਬੈਠੇ ਹੋਏ ਨੇ, ਪਰ ਜਿਹੜੀਆਂ ਮੀਟਿੰਗਾਂ ਉਹ ਲਗਾਤਾਰ ਹੀ ਬੇਸਿੱਟਾ ਨਿਕਲਦੀ ਪਈਆਂ। ਕੀ ਤੁਹਾਨੂੰ ਲੱਗਦਾ ਕਿ ਸਰਕਾਰ ਕੀ ਚਾਹੁੰਦੀ ਹੈ ਇਹਨਾਂ ਤੋਂ, ਜਾਂ ਸਰਕਾਰ ਕੀ ਸਾਬਤ ਕਰਨਾ ਚਾਹੁੰਦੀ ਹੈ, ਜਾਂ ਮਜ਼ਦੂਰ ਜਾਂ ਕਿਸਾਨ ਏਕਤਾ ਕੀ ਆਪਸ ਦੇ ਵਿੱਚ ਕਿਉਂ ਆ ਜਿਹੜੀ ਉਹ ਅੰਡਰਸਟੈਂਡਿੰਗ ਨਹੀਂ ਕੰਪਲੀਟ ਹੋ ਰਹੀ? ਪਹਿਲੀ ਗੱਲ ਕਿ ਜਿਹੜੀ ਮੋਦੀ ਸਰਕਾਰ ਹੈ ਇਹ ਪੈਰਾਂ ਦੇ ਨੋਹਾਂ ਤੋਂ ਲੈ ਕੇ ਸਿਰ ਦੇ ਬਾਲਾਂ ਤੱਕ ਬੇਈਮਾਨੀ ਦੀ ਸਰਕਾਰ ਹੈ। ਔਰ ਇਹ ਜਿਹੜੇ ਖੇਤੀ ਬਿੱਲ ਲਿਆਂਦੇ ਗਏ ਨੇ, ਇਹ ਕਿਸੇ ਕਿਸਾਨ ਨੂੰ, ਕਿਸੇ ਮਜ਼ਦੂਰ ਨੂੰ, ਛੋਟੇ ਦੁਕਾਨਦਾਰ ਨੂੰ ਫਾਇਦਾ ਪਹੁੰਚਾਉਣ ਲਈ ਨਹੀਂ, ਬਲਕਿ ਅੰਬਾਨੀ ਤੇ ਅੰਦਾਨੀ ਨੂੰ ਲਾਹੇਵੰਦ ਸੌਦਾ ਦੇਣ ਦੇ ਲਈ ਇਹ ਬਣਾਏ ਗਏ ਨੇ। ਸਰਕਾਰ ਇਸ ਗੱਲ ਦੀ ਅੜੀ ਤੇ ਲੱਗੀ ਹੋਈ ਹੈ ਵੀ ਕਿਸਾਨ ਨਾਰਾਜ਼ ਹੋ ਜਾਣ, ਮਜ਼ਦੂਰ ਨਾਰਾਜ਼ ਹੋ ਜਾਣ, ਅੰਦੋਲਨ ਜਿੱਡਾ ਮਰਜ਼ੀ ਲੰਬਾ ਹੋ ਜਾਵੇ, ਲੋਕਾਂ ਨੂੰ ਜਿੰਨੀ ਮਰਜ਼ੀ ਪਰੇਸ਼ਾਨੀ ਹੋ ਜਾਵੇ, ਪਰ ਜਿਹੜੇ ਮੋਦੀ ਨਹੀਂ ਚਾਹੁੰਦਾ ਕਿ ਅੰਬਾਨੀ ਤੇ ਅੰਦਾਨੀ ਨਾਰਾਜ਼ ਹੋਣ। ਕਿਉਂਕਿ ਕੱਲ੍ਹ ਦੀ ਹਜੇ ਮਿਸਾਲ ਹੈ ਕਿ ਅੰਬਾਨੀ ਦੇ ਘਰ ਪੋਤਾ ਹੋਇਆ ਤੇ ਮੋਦੀ ਨੇ ਕਿਸਾਨਾਂ ਦੇ ਅੰਦੋਲਨ ਦੀ ਪਰਵਾਹ ਨਾ ਕਰਦੇ ਹੋਏ ਉਹਦੇ ਘਰ ਜਾ ਕੇ ਅੰਬਾਨੀ ਦੇ ਉਹਦੇ ਪੋਤੇ ਦੀ ਵਧਾਈ ਦੇ ਕੇ ਆਂਦੀ ਹੈ। ਇੱਥੋਂ ਬੜਾ ਸਪਸ਼ਟ ਹੋ ਜਾਂਦਾ। ਪਰ ਇਹ ਜਿਹੜੇ ਆਰਡੀਨੈਂਸ ਆ, ਤੁਹਾਨੂੰ ਕੀ ਲੱਗਦਾ ਇਹ ਜਮਾਖੋਰੀ ਨੂੰ ਉਤਸ਼ਾਹਿਤ ਕਰ ਰਹੇ ਨੇ? ਮੈਂ ਬੜਾ ਸਪਸ਼ਟ ਕਹਿਣਾ ਚਾਹੁੰਦਾ ਕਿ ਇਹ ਜਿਹੜੇ ਆਰਡੀਨੈਂਸ ਬਣਾਏ ਨੇ, ਆਰਡੀਨੈਂਸ ਨਹੀਂ ਬਲਕਿ ਕਾਨੂੰਨ ਬਣ ਚੁੱਕੇ ਆ, ਇਹ ਸਿੱਧਾ ਤੇ ਸਿੱਧਾ ਅਮੀਰ ਸ਼ਾਹੀ ਨੂੰ, ਅਰਿਸਟੋਕ੍ਰੇਸੀ ਨੂੰ ਤੇ ਅੰਬਾਨੀ ਅੰਦਾਨੀ ਨੂੰ, ਟਾਟੇ ਬਿਰਲੇ ਨੂੰ ਫਾਇਦਾ ਪਹੁੰਚਾਉਣ ਲਈ ਕੀਤੇ ਗਏ ਆ। ਇਹ ਕਿਸਾਨਾਂ ਦੇ ਹਿੱਤ ਵਿੱਚ ਨਹੀਂ ਹੈਗੇ, ਨਾ ਮਜ਼ਦੂਰਾਂ ਦੇ ਹਿੱਤ ਵਿੱਚ ਹੈ।
ਪਹਿਲਾਂ ਪੰਜਾਬ ਸਰ ਆਪਣੇ ਸੁਖਬੀਰ ਸਿੰਘ ਬਾਦਲ ਹੁਣੀ ਵੀ ਇਹਦਾ ਸਮਰਥਨ ਕਰਦੇ ਨੇ। ਜਦੋਂ ਪੰਜਾਬ ਦੀ ਜਿਹੜੀ ਜਨਤਾ ਆ ਉਹ ਭੜਕਦੀ ਆ ਜਾਂ ਆਪਣਾ ਰੁਖ ਬਦਲਦੀ ਆ ਤਾਂ ਉਹ ਯੂ ਟਰਨ ਲੈ ਲੈਂਦੇ ਨੇ। ਬਿਲਕੁਲ ਠੀਕ ਹੈ। ਤੇ ਉਹ ਕਹਿੰਦੇ ਨੇ ਕਿ ਸਾਨੂੰ ਤਾਂ ਜਿਹੜੇ ਬਿੱਲ ਸੀ ਉਹ ਪੜ੍ਹਾਏ ਹੀ ਨਹੀਂਗੇ। ਕੀ ਇਹ ਨਹੀਂ ਲੱਗਦਾ ਕਿ ਜ਼ਿਆਦਾਤਰ ਕਿਸਾਨ ਜੱਟ ਹੈ ਪਰ ਜੱਟ ਲੀਡਰ ਹੋਣ ਦੇ ਬਾਵਜੂਦ ਵੀ ਉਹਨਾਂ ਨਾਲ ਧੋਖਾ ਕੀਤਾ ਗਿਆ? ਬੀਬੀ ਹਰਸਿਮਰਤ ਕੌਰ ਸੈਂਟਰ ਦੀ ਵਜ਼ੀਰ ਸੀ। ਜਦੋਂ ਕੈਬਨਿਟ ਦੇ ਵਿੱਚ ਕੋਈ ਬਿੱਲ ਆਉਂਦਾ, ਕੈਬਨਿਟ ਦੇ ਹਰ ਮਿਨਿਸਟਰ ਨੂੰ ਉਹਦੀ ਕਾਪੀ ਦਿੱਤੀ ਜਾਂਦੀ ਹੈ। ਪੜ੍ਹਨ ਤੋਂ ਬਾਅਦ ਫਿਰ ਉਹਦੇ ਵਿਚਾਰ ਲਏ ਜਾਂਦੇ ਨੇ, ਤਾਂ ਵਿਚਾਰ ਦੇ ਵਿੱਚ ਉਹ ਆਪਣੀ ਅਸਹਿਮਤੀ ਪ੍ਰਗਟ ਕਰ ਸਕਦਾ ਜੇਕਰ ਉਹ ਬਿੱਲ ਦਾ ਵਿਰੋਧੀ ਹੋਵੇ। ਤਾਂ ਜਦੋਂ ਬਿੱਲ ਪੜ੍ਹਨ ਲਈ ਦਿੱਤਾ ਗਿਆ, ਬੀਬੀ ਹਰਸਿਮਰਤ ਕੌਰ ਨੇ ਉਹਦਾ ਬਕਾਇਦਾ ਤੌਰ ਤੇ ਸਪੋਰਟ ਕੀਤੀ ਹੈ। ਬਿੱਲ ਪਾਸ ਹੋ ਗਿਆ। ਜਦੋਂ ਇਹ ਪਤਾ ਲੱਗਿਆ ਬਈ ਇਹ ਕਿਸਾਨਾਂ ਦੇ ਵਿੱਚ ਫਿੱਟ ਨਹੀਂ ਆ ਰਿਹਾ, ਕਿਸਾਨਾਂ ਦਾ ਜ਼ਬਰਦਸਤ ਵਿਰੋਧ ਹੋ ਰਿਹਾ, ਉਸ ਤੋਂ ਬਾਅਦ ਉਹਨੇ ਮਜਬੂਰੀ ਦੀ ਮਾਰੀ ਨੇ ਸੈਂਟਰ ਦੀ ਸਰਕਾਰ ਤੋਂ ਅਸਤੀਫਾ ਦਿੱਤਾ। ਹਾਂਜੀ ਸਰ, ਤੁਸੀਂ ਹਰਿਆਣੇ ਤੋਂ ਭੀਮ ਆਰਮੀ ਤੋਂ ਇਸ ਪ੍ਰੋਟੈਸਟ ਦੇ ਵਿੱਚ ਪਹੁੰਚੇ ਹੋ, ਕੀ ਕਹਿਣਾ ਚਾਹੁੰਦੇ ਹੋ ਤੁਸੀਂ? देखिए, हम तो ये कहना चाहते हैं कि जब से इस देश के प्रधानमंत्री नरेंद्र मोदी जी बने हैं, उन्होंने देश की जनता का जीना दुश्वार किया है। वो सही दिशा में जाने की बजाय गलत दिशा में जा रहे हैं। वो सिर्फ इस देश के जो पूंजीपति लोग हैं, अंबानी, अडानी, ये सिर्फ इन्हीं परिवारों की कठपुतली बनकर रह गए मोदी जी। और मैं मोदी जी को कहना चाहता हूँ कि ये लोकतांत्रिक देश है, ये लोकतांत्रिक देश है। लोकतंत्र इस देश में सर्वोपरि है। इसको गलत दिशा में ना ले जाए, इसको सही दिशा में। हमने उनको राजा चुना है और राजा का मकसद ये होता है कि जो प्रजा होती है उस प्रजा को खुशहाल तरीके से रखे। लेकिन नरेंद्र मोदी जो है जो उल्टे काम कर रहे हैं। और मैं बता देना चाहता हूँ आपके माध्यम से कि ये लोकतांत्रिक देश है, यहाँ की पब्लिक जो है वो राजा होती है और ये पब्लिक सरकार बनाना भी जानती है, सरकार गिराना भी जानती है। ਸਰ, ਜਿੱਦਾਂ ਕਿ ਜਿਹੜਾ ਕਾਨੂੰਨ ਹੁੰਦਾ ਲੋਕਾਂ ਦੇ ਲਈ ਬਣਾਇਆ ਜਾਂਦਾ, ਪਰ ਲੋਕ ਹੀ ਉਸ ਕਾਨੂੰਨ ਦਾ ਵਿਰੋਧ ਕਰ ਰਹੇ ਆ। ਪਰ ਸਰਕਾਰ ਫੇਰ ਵੀ ਕਿਤੇ ਨਾ ਕਿਤੇ ਟਾਲ ਮਟੋਲ ਕਰ ਰਹੀ ਆ ਜਾਂ ਆਨਾਕਾਨੀ ਕਰ ਰਹੀ ਹੈ। ਇਹਦੇ ਬਾਰੇ ਤੁਹਾਡਾ ਕੀ ਵਿਚਾਰ ਹੈ? सरकार ने जो कानून बनाया है वो लोगों के लिए नहीं बनाया है, वो सिर्फ पूंजीपतियों के लिए बनाया। क्योंकि जो आम जनता है, मैं बता देना चाहता हूँ मोदी को कि एक चावल तैयार होने में 120 दिन लगते हैं। एक किसान अपने खून पसीने की कमाई से पूरे 120 दिन में एक चावल तैयार करता है। इनको क्या पता कि चावल कैसे तैयार होता है? ये सिर्फ उस चावल को उन पूंजीपतियों तक पहुंचाना चाहते हैं, वो जो अपनी मर्जी में फिर जो रेट बचेंगे वो, ताकि उनके जो घर भर सके। इसलिए सरकार जो है ये कानून उन लोगों के लिए बना रही है। इनको तो, इनके लिए तो काला कानून है, ये किसान के लिए तो काला कानून है ये, ताकि इस देश का जो किसान है वो मजबूर होकर के अपना अनाज जो औने पौने दाम में बेच दे और पूंजीपति जो लोग हैं वो अपने दाम की 4 गुना से ज़्यादा भी रकम ऐंठ सके। इसलिए सरकार चाहती है। आपका संगठन है जो किसानों के लिए क्या कर रहे हैं? देखिए, हमारा संगठन, आपको सभी को पता है कि चंद्रशेखर आज़ाद, बात जाति और धर्म की नहीं करूंगा, चंद्रशेखर आज़ाद जब भी किसी धर्म जाति का शोषण होता है तो भीम आर्मी सबसे पहले कूदती है। और मैं आश्वासन दिलाना चाहता हूं, ये किसान आंदोलन नहीं है, ये मजदूर आंदोलन नहीं है, इस देश के हर व्यक्ति का ये आंदोलन है। इसमें हम भीम आर्मी, मैं हरियाणा की तरफ से आश्वासन दिलाता हूं कि जब तक सरकार ये काला कानून वापस नहीं लेती, हम किसानों के साथ कंधे से कंधा मिला करके खड़े हैं और खड़े रहेंगे। ਐਕਚੁਅਲੀ ਦੇਸ਼ ਹੈ ਜਿਹੜਾ ਸਾਡਾ ਦੇਸ਼, ਜਿਹੜਾ ਆਰਐਸਐਸ ਦੇ ਇਸ਼ਾਰੇ ਤੇ ਜਿਹੜੀ ਕੇਂਦਰ ਸਰਕਾਰ ਚੱਲ ਰਹੀ ਆ, ਨਰਿੰਦਰ ਮੋਦੀ ਦੀ ਜਿਹੜੀ ਸਰਕਾਰ ਚੱਲ ਰਹੀ ਆ, ਕਿਉਂਕਿ ਦੇਸ਼ ਦੇ ਵਿੱਚ ਜਿਹੜੇ 85% ਸਾਡੇ ਬਹੁਜਨ ਸਮਾਜ ਆ, ਮੂਲ ਨਿਵਾਸੀ ਸਮਾਜ ਆ, ਉਹਨਾਂ ਨੂੰ ਹਰ ਰੋਜ਼ ਉਹਨਾਂ ਦੇ ਉੱਤੇ ਹਮਲੇ ਹੋ ਰਹੇ ਨੇ। ਭਾਵੇਂ ਉਹਨਾਂ ਦੀ ਰਿਜ਼ਰਵੇਸ਼ਨ ਹੋਵੇ ਜਾਂ ਉਹਨਾਂ ਦੀਆਂ ਨੌਕਰੀਆਂ ਹੋਣ, ਜਾਂ ਜਿਵੇਂ ਕਿ ਆਹ ਜਿਹੜੇ 3 ਕਾਨੂੰਨ ਆ ਜਿਹੜੇ ਸਾਡੇ ਜ਼ਿਮੀਂਦਾਰ ਭਰਾਵਾਂ ਦੇ ਖਿਲਾਫ ਜਿਹੜਾ ਨਰਿੰਦਰ ਮੋਦੀ ਸਰਕਾਰ ਲੈ ਕੇ ਆਈ ਆ, ਉਹਨਾਂ ਦੇ ਆਧਾਰ ਤੇ ਇਹ ਅਸਲ ਦੇ ਵਿੱਚ ਪੂਰੇ ਦੇਸ਼ ਦੇ ਵਿੱਚ ਜਿਹੜੀ ਮਨੁਸਮ੍ਰਿਤੀ ਆ ਉਹਨੂੰ ਲਾਗੂ ਕਰਨਾ ਚਾਹੁੰਦੇ ਆ ਔਰ ਦੇਸ਼ ਨੂੰ ਹਿੰਦੂ ਰਾਸ਼ਟਰ ਬਣਾਉਣ ਵੱਲ ਜਿਹੜਾ ਬੜਾ ਤੇਜ਼ੀ ਨਾਲ ਜਿਹੜੀ ਇਹ ਸਰਕਾਰ ਆ ਉਹ ਵਧ ਰਹੀ ਆ। ਕਿਉਂਕਿ ਅਸਲ ਦੇ ਵਿੱਚ ਇਹਨਾਂ ਨੂੰ ਜਨ ਅੰਦੋਲਨ ਦਾ ਇਸ ਕਰਕੇ ਖਤਰਾ ਨਹੀਂ, ਕਿਉਂਕਿ ਇਹ ਜਿਹੜੀ ਸਰਕਾਰ ਆ ਇਹ ਲੋਕਾਂ ਦੁਆਰਾ ਚੁਣੀ ਗਈ ਨਹੀਂ ਸਰਕਾਰ। ਇਹ ਅਸਲ ਦੇ ਵਿੱਚ ਈਵੀਐਮ ਪੁੱਤਰ ਹੈ ਮੋਦੀ। ਈਵੀਐਮ ਆ ਜਿਹੜੀ ਇਲੈਕਟ੍ਰੋਨਿਕ ਵੋਟਿੰਗ ਮਸ਼ੀਨ ਆ, ਉਹਦੀ ਬਣਾਈ ਹੋਈ ਸਰਕਾਰ ਆ। ਇਸ ਕਰਕੇ ਲੋਕ ਰੋਹ ਆ ਜਿਹੜਾ ਉਹਨੂੰ ਨਹੀਂ ਭਾਂਪ ਸਕਦੇ। ਸਰ, ਜਿੱਦਾਂ ਇਸ ਪ੍ਰੋਟੈਸਟ ਦੇ ਵਿੱਚ ਦੇਖਿਆ ਗਿਆ ਕਿ ਹਰ ਇੱਕ ਤਰ੍ਹਾਂ ਦੀ ਸਹੂਲਤ ਆ ਜਿਹੜੀ ਉਹ ਮੁਹੱਈਆ ਹੋ ਰਹੀ ਆ, ਕਿਸੇ ਨੂੰ ਵੀ ਜਿਹੜਾ ਕੋਈ ਪਰੇਸ਼ਾਨੀ ਨਾ ਹੀ ਆ ਰਹੀ ਹੈ, ਨਾ ਹੀ ਕਿਸੇ ਆਮ ਲੋਕਾਂ ਨੂੰ ਦਿੱਤੀ ਜਾ ਰਹੀ ਹੈ। ਇਹਦੇ ਬਾਰੇ ਤੁਹਾਡਾ ਕੀ ਰੁਖ ਲੱਗਦਾ ਕਿ ਇਹ ਜੋ ਇਹਦੀ ਅਗਵਾਈ ਕਰ ਰਹੇ ਨੇ?
ਜੋ ਲੀਡਰ ਇਸ ਧਰਨੇ ਦੀ ਅਗਵਾਈ ਕਰ ਰਹੇ ਨੇ, ਕੀ ਕਹਿਣਾ ਚਾਹੁੰਦੇ ਹੋ ਤੁਸੀਂ ਉਹਨਾਂ ਦੇ ਬਾਰੇ? ਐਕਚੁਅਲੀ ਜੋ ਲੀਡਰ ਤੇ ਯੂਥ ਇਸ ਧਰਨੇ ਦੀ ਅਗਵਾਈ ਕਰ ਰਿਹਾ ਉਹ ਬੜੇ ਸੁਲਝੇ ਤੇ ਸਿਆਣੇ ਲੋਕ ਨੇ। ਜਿੱਦਾਂ ਕਿ ਪੰਜਾਬ ਦੇ ਯੂਥ ਨੂੰ ਅਕਸਰ ਕਿਹਾ ਜਾਂਦਾ ਸੀ ਕਿ ਪੰਜਾਬ ਦੇ ਵਿੱਚ ਨਸ਼ਾ ਬਹੁਤ ਆ ਜੀ, ਪੰਜਾਬ ਦਾ ਯੂਥ ਆ ਜਿਹੜਾ ਉਹ ਨਸ਼ੇੜੀ ਆ, ਪਰ ਇਸ ਚੀਜ਼ ਨੂੰ ਦੇਖ ਕੇ ਤੁਹਾਡਾ ਕੀ ਰੁਖ ਲੱਗਦਾ? ਐਕਚੁਅਲੀ ਸਾਡੇ ਪੰਜਾਬ ਦੇ ਜਿਹੜੇ ਯੂਥ ਨੂੰ ਬਦਨਾਮ ਕਰਨ ਦੇ ਲਈ ਔਰ ਆਰਐਸਐਸ ਤੇ ਬਾਕੀ ਜਿਹੜੀਆਂ ਜੋ ਵੀ ਸਰਕਾਰਾਂ ਬਣੀਆਂ ਉਹਨਾਂ ਨੇ ਹਮੇਸ਼ਾ ਹੀ ਜਿਹੜਾ ਯੂਥ ਆ ਉਹਨੂੰ ਉਹਦੇ ਟਰੈਕ ਤੋਂ ਉਤਾਰਨ ਦੀ ਕੋਸ਼ਿਸ਼ ਕੀਤੀ ਔਰ ਭੜਕਾਉਣ ਦੀ ਕੋਸ਼ਿਸ਼ ਕੀਤੀ ਆ। ਇਹ ਹਰ ਵਾਰੀ ਚੱਲਦੇ ਆ, ਜਿਵੇਂ ਜਿਵੇਂ ਸਰਕਾਰਾਂ ਬਣਦੀਆਂ ਨਵੇਂ ਸਿਸਟਮ ਉਹ ਲੈ ਕੇ ਆਉਂਦੀਆਂ। ਇਸ ਕਰਕੇ ਜਿਹੜਾ ਆਪਾਂ ਨਸ਼ੇ ਦੀ ਗੱਲ ਕਰਦੇ ਆ ਉਹ ਟ੍ਰੈਂਡ ਸਰਕਾਰਾਂ ਦੀ ਦੇਣਾ, ਇਹੋ ਜਿਹੀ ਕੋਈ ਗੱਲ ਨਹੀਂ, ਕਿਉਂਕਿ ਜਿਹੜਾ ਅੰਦੋਲਨ ਆ ਫਿਰ ਇੰਨਾ ਸਮਾਂ ਨਹੀਂ ਚੱਲਣਾ ਸੀ। ਆਰਡੀਨੈਂਸਾਂ ਦਾ ਵਿਰੋਧ ਹੋ ਰਿਹਾ ਲਗਾਤਾਰ 2.5-3 ਮਹੀਨੇ ਤੋਂ ਪੰਜਾਬ ਦੇ ਵਿੱਚ ਚੱਲ ਰਿਹਾ। ਹੁਣ ਇੱਥੇ ਲਗਾਤਾਰ ਦਿੱਲੀ ਦੇ ਵਿੱਚ ਵੀ ਮੀਟਿੰਗਾਂ ਹੁੰਦੀਆਂ ਨੇ, ਮੀਟਿੰਗਾਂ ਬੇਸਿੱਟਾ ਨਿਕਲਦੀਆਂ ਪਈਆਂ। ਕੀ ਕਾਰਨ ਆ ਕਿ ਜਿਹੜਾ ਸਰਕਾਰ ਤੇ ਕਿਸਾਨਾਂ ਦੇ ਜਿਹੜੇ ਲੀਡਰ ਆ ਉਹਨਾਂ ਦੇ ਵਿੱਚ ਜਿਹੜਾ ਰਾਬਤਾ ਕਾਇਮ ਨਹੀਂ ਹੋ ਰਿਹਾ? ਅਸਲ ਦੇ ਵਿੱਚ ਜਿਹੜਾ ਇਹ ਕਾਨੂੰਨ 3 ਲੈ ਕੇ ਆਂਦੇ ਕਿਸਾਨ ਵਿਰੋਧੀ ਨੇ, ਇਹ ਇੱਕ ਅੰਦੋਲਨ ਜਿਹੜਾ ਆ ਇਹ ਦੂਜਾ ਹੋਇਆ। ਇਸ ਤੋਂ ਪਹਿਲਾਂ ਜਿਹੜਾ ਐਨਆਰਸੀ ਦੇ ਉੱਪਰ ਦੇਸ਼ ਦੇ ਵਿੱਚ ਅੰਦੋਲਨ ਹੋਇਆ ਸੀਗਾ, ਉਹਨੂੰ ਕੁਝ ਜਿਹੜੇ ਲੋਕ ਸੀਗੇ ਉਹ ਸਿਰਫ ਇੱਕ ਸਮਰਾਏ ਦਾ ਇੱਕ ਧਰਮ ਦੇ ਨਾਲ ਜੋੜ ਕੇ ਜਾਂ ਇੱਕ ਕਾਸਟ ਦੇ ਨਾਲ ਜੋੜ ਕੇ ਦੇਖਦੇ ਸੀਗੇ। ਪਰ ਅੱਜ ਵੀ ਜਿਹੜਾ ਇਹ ਅੰਦੋਲਨ ਆ ਜਦ ਸ਼ੁਰੂ ਹੋਇਆ ਸੀਗਾ ਕਿਸਾਨ ਅੰਦੋਲਨ, ਇਹ ਸਿਰਫ ਕਿਸਾਨਾਂ ਦੇ ਨਾਮ ਤੇ ਸ਼ੁਰੂ ਕੀਤਾ ਗਿਆ, ਬਾਅਦ ਦੇ ਵਿੱਚ ਇਹਨੂੰ ਮਜ਼ਦੂਰਾਂ ਦੇ ਨਾਲ ਜੋੜ ਕੇ ਸ਼ੁਰੂ ਕੀਤਾ ਗਿਆ। ਪਰ ਮੈਂ ਅੱਜ ਤੋਂ 2.5-3 ਮਹੀਨੇ ਜਦ ਪਹਿਲਾਂ ਲੋਹੜੂਵਾਲੇ ਦੇ ਵਿੱਚ ਧਰਨਾ ਲੱਗਿਆ, ਲੁਧਿਆਣੇ ਵਿੱਚ ਧਰਨੇ ਲੱਗੇ ਆ, ਮੈਂ ਉਸ ਸਟੇਜਾਂ ਤੋਂ ਕਹਿੰਦਾ ਰਿਹਾ ਵੀ ਇੱਕ ਕਿਸਾਨਾਂ ਦਾ ਅੰਦੋਲਨ ਨਹੀਂ, ਇਕੱਲੇ ਮਜ਼ਦੂਰਾਂ ਦਾ ਅੰਦੋਲਨ ਨਹੀਂ, ਇਹ ਪੂਰੇ ਦੁਨੀਆ ਦਾ, ਪੂਰੇ ਲੋਕਾਂ ਦਾ ਅੰਦੋਲਨ ਆ, ਜਿਹੜੇ ਕਿ ਕਿਸਾਨ ਦੇ ਨਾਲ ਜੋ ਪੈਦਾ ਕਰਦਾ, ਚਾਹੇ ਕਣਕ ਆ, ਚਾਹੇ ਝੋਨਾ, ਚਾਹੇ ਸਬਜ਼ੀ ਆ, ਜਿਹੜੇ ਲੋਕ ਖਾਂਦੇ ਨੇ, ਜਿਹੜੇ ਉਹ ਲੋਕ ਯੂਜ਼ ਕਰਦੇ ਨੇ, ਉਹਨਾਂ ਲੋਕਾਂ ਦਾ ਇਹ ਧਰਨਾ ਆ। ਇਹ ਇਕੱਲੇ ਕਿਸਾਨਾਂ ਦਾ ਨਹੀਂਗਾ, ਕਿਉਂਕਿ ਕਿਸਾਨਾਂ ਦੇ ਵਿਰੁੱਧ ਜਿਹੜਾ ਫੈਸਲਾ ਇਹ ਕਾਨੂੰਨ ਲੈ ਕੇ ਆਂਦਾ ਮੋਦੀ ਨੇ, ਉਹ ਕਾਨੂੰਨ ਜਿਨ੍ਹਾਂ ਦੇ ਉੱਤੇ ਲਾਗੂ ਕਰਨਾ ਆ ਉਹਨਾਂ ਮੰਨਣ ਨੂੰ ਤਿਆਰ ਹੈਗੇ, ਤੇ ਸਾਨੂੰ ਜ਼ਬਰਦਸਤ ਥੋਪਣਾ ਨਹੀਂ ਚਾਹੀਦਾ, ਕਿਉਂਕਿ ਤਾਨਾਸ਼ਾਹੀ ਰਾਜ ਵੱਲ ਅੱਜ ਦੇਸ਼ ਵੱਧ ਰਿਹਾ ਹੈਗਾ। ਅਗਰ ਇਸੇ ਤਰ੍ਹਾਂ ਜੇ ਵੱਖ-ਵੱਖ ਪਹਿਲਾਂ ਮੁਸਲਮਾਨਾਂ ਨੂੰ ਤੰਗ ਕੀਤਾ ਗਿਆ, ਦਲਿਤਾਂ ਨੂੰ ਤੰਗ ਕੀਤਾ ਗਿਆ, ਈਸਾਈਆਂ ਨੂੰ ਤੰਗ ਕੀਤਾ, ਦੇਸ਼ ਦੇ ਮੁਲਾਜ਼ਮਾਂ ਨੂੰ ਤੰਗ ਕੀਤਾ ਗਿਆ, ਅੱਜ ਜੇ ਕਿਸਾਨ ਅੱਜ ਅੰਦੋਲਨ ਦੇ ਵਿੱਚ ਵੱਖ-ਵੱਖ ਧਰਮਾਂ ਦੇ ਲੋਕ, ਵੱਖ-ਵੱਖ ਕਾਸਟਾਂ ਦੇ ਲੋਕ, ਵੱਖ-ਵੱਖ ਜਿਹੜੇ ਨੇ ਜਥੇਬੰਦੀਆਂ ਦੇ ਲੋਕ ਆ ਰਹੇ ਨੇ, ਇਹ ਆਉਣ ਵਾਲੇ ਸਮੇਂ ਦੇ ਵਿੱਚ ਜ਼ਿਆਦਾਤਰ ਇਹ ਇਸ ਤਰ੍ਹਾਂ ਨਹੀਂ ਚੱਲਣਾ, ਕਿਉਂਕਿ ਜਿਹੜਾ ਰਾਜ ਆ ਉਹ ਲੋਕਤੰਤਰ ਦੇ ਨਾਂ ਤੇ ਚੱਲ ਰਿਹਾ, ਪਰ ਤਾਨਾਸ਼ਾਹੀ ਰਾਜ ਚੱਲ ਰਿਹਾ ਦੇਸ਼ ਦੇ ਵਿੱਚ। ਤੁਹਾਡੇ ਹਿਸਾਬ ਦੇ ਨਾਲ ਇਹ ਜੋ ਕੁਝ ਵੀ ਹੋ ਰਿਹਾ, ਦੇਸ਼ ਦਾ ਮਾਹੌਲ ਉਥਲ-ਪੁਥਲ ਹੋ ਰਿਹਾ, ਇਹਨੂੰ ਕਿਸ ਤਰੀਕੇ ਨਾਲ ਇਹ ਕੀ ਜਿਹੜਾ ਰੁਖ ਲਵੇਗਾ? ਕਿਉਂਕਿ ਇਹ ਰੁਖ ਜਿਹੜਾ ਆ ਆਉਣ ਵਾਲੇ ਲੋਕਾਂ ਨੂੰ ਜਿਹੜੇ ਅੱਜ ਦੇਸ਼ ਦੇ ਵਿੱਚ ਦੇਖ ਰਹੇ ਹਾਂ ਅਸੀਂ, ਕਿਉਂਕਿ ਮੋਦੀ ਨੇ ਜੋ ਕਾਨੂੰਨ ਬਣਾਏ ਨੇ, ਚਾਹੇ ਐਨਆਰਸੀ ਦਾ ਹੋਵੇ, ਚਾਹੇ ਕਿਸਾਨਾਂ ਦਾ ਹੋਵੇ, ਚਾਹੇ ਕੋਈ ਗੁਰੂ ਘਰ ਦੇ ਉੱਤੇ ਹਮਲੇ ਹੋਏ, ਚਾਹੇ ਤੁਗਲਕਾਬਾਦ ਵਿੱਚ ਦਿੱਲੀ ਦੇ ਵਿੱਚ ਹੋਇਆ, ਇਹ ਵੱਖ-ਵੱਖ ਧਰਮਾਂ ਦੇ ਉੱਤੇ ਹਮਲੇ ਕਰਕੇ, ਵੱਖ-ਵੱਖ ਜਥੇਬੰਦੀਆਂ ਦੇ ਉੱਤੇ ਹਮਲੇ ਕਰਕੇ ਇਹਨੇ ਆਪਣਾ ਰਾਜ ਕਾਇਮ ਕਰਨ ਦੀ ਕੋਸ਼ਿਸ਼ ਕੀਤੀ ਸੀਗੀ। ਪਰ ਜਦ ਪਹਿਲਾਂ ਅੰਦੋਲਨ ਹੋਏ ਆ ਉਹ ਸਿਰਫ ਇੱਕ ਧਰਮ ਨੂੰ ਟੱਚ ਕਰਦਾ ਜਾਂ ਜਾਤੀ ਨੂੰ ਟੱਚ ਕਰਦਾ ਸੀ, ਪਰ ਅੱਜ ਲੋਕ ਜਿਹੜੇ ਸਾਰੇ ਇਕੱਠੇ ਹੋ ਕੇ ਇਹ ਧਰਮ ਜਿਹੜਾ ਮੁਕਾਬਲਾ ਕਾਨੂੰਨ ਦਾ ਕਰ ਰਹੇ ਨੇ, ਜਿਹੜਾ ਬਣਾਇਆ ਥੋਪਿਆ ਗਿਆ ਆ। ਪਰ ਆਉਣ ਵਾਲਾ ਜ਼ਿਆਦਾ ਸਮਾਂ ਨਹੀਂ ਜਿਹੜਾ ਇਦਾਂ ਦਾ ਧੱਕੇਸ਼ਾਹੀ ਚੱਲੂਗੀ, ਕਿਉਂਕਿ ਜਦ ਲੋਕਾਂ ਨੂੰ ਪਤਾ ਲੱਗ ਗਿਆ ਵੀ ਜਿਹੜੇ ਰਾਜੇ ਚੁਣੇ ਹੋਏ ਆ ਇਹ ਈਵੀਐਮ ਮਸ਼ੀਨਾਂ ਨਾਲ ਚੁਣੇ ਹੋਏ ਆ, ਵੋਟਾਂ ਨਾਲ ਨਹੀਂ ਚੁਣੇ ਹੋਏ, ਜਦ ਲੋਕਾਂ ਨੂੰ ਪਤਾ ਲੱਗ ਗਿਆ, ਲੋਕ ਘਰਾਂ ਤੋਂ ਬਾਹਰ ਨਿਕਲ ਗਏ। ਅੱਜ ਜੇ ਇਦਾਂ ਨਿਕਲਿਆ ਤੇ ਕੱਲ ਨੂੰ ਈਵੀਐਮ ਮਸ਼ੀਨਾਂ ਦਾ ਜਿੱਦਾਂ ਤੋੜਨਗੇ, ਇਹਨਾਂ ਨੂੰ ਪਤਾ ਲੱਗ ਜੂਗਾ ਵੀ ਲੋਕ ਉੱਠ ਖੜੇ ਹੋਏ ਆ, ਇਹਨਾਂ ਨੂੰ ਭੱਜਣ ਨੂੰ ਰਾਹ ਨਹੀਂ ਲੱਭੂਗਾ। ਧੰਨਵਾਦ।